Good morning, students. Hanji beta, today our topic is resources. This is the first chapter of geography. Resources, बच्चे first of all, you look at the picture. These all are resources. ठीक है, chair, tree, wood, box, है ना, books, pencils, pen, etc. So many things are there. They all are resources. ਵਾਈ these are resources? Because we are using them. Means ਕਿ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਦੇ ਹਾਂ। ਠੀਕ ਹੈ, ਇਹ ਸਾਡੇ ਕਿਸੇ ਨਾ ਕਿਸੇ ਕੰਮ ਜ਼ਰੂਰ ਆਉਂਦੀਆਂ ਨੇ। ਤਾਂ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਜੋ ਸਾਡੇ ਕਿਸੇ ਵੀ ਕੰਮ ਆਉਂਦੀਆਂ ਉਹ ਕੀ ਨੇ? ਰਿਸੋਰਸਿਸ ਨੇ। ਠੀਕ ਹੈ ਬੱਚੇ, ਕੋਈ ਵੀ ਚੀਜ਼ ਜੋ ਹੈ ਰਿਸੋਰਸ ਕਿੱਦਾਂ ਬਣਦੀ ਹੈ? ਬਿਕੋਜ਼ ਆਫ ਯੂਟਿਲਿਟੀ। You can see the word utility. Utility ਕੀ ਹੈ? The usefulness of anything used by us. ਜੋ ਵੀ ਚੀਜ਼ ਅਸੀਂ ਪ੍ਰਯੋਗ ਕਰਦੇ ਹਾਂ, ਠੀਕ ਹੈ, ਜੋ ਉਸ ਦਾ ਪ੍ਰਯੋਗ ਹੈ, ਜੋ ਉਸ ਦਾ ਸਾਡੇ ਲਈ ਫਾਇਦਾ ਹੈ, ਉਹ ਕੀ ਹੈ? ਉਸਦੀ ਯੂਟਿਲਿਟੀ। ਨੈਕਸਟ ਹੈ ਜੀ ਵੈਲਿਊ। ਇਹ ਵੈਲਿਊ ਮੀਨਸ ਵਰਥ। ਵਰਥ ਕੀ ਹੈ ਬੱਚੇ? ਜੋ ਵੀ ਕਿਸੇ ਚੀਜ਼ ਦੇ ਵਿੱਚ ਕੋਈ ਗੁਣ ਹੈ। ਠੀਕ ਹੈ, ਸਮ ਰਿਸੋਰਸਿਸ ਹੈਵ ਇਕਨੋਮਿਕ ਵਰਥ। ਇਕਨੋਮਿਕਲੀ ਸਾਨੂੰ ਕੋਈ ਨਾ ਕੋਈ ਫਾਇਦਾ ਦਿੰਦੇ ਹੈ। ਠੀਕ ਹੈ, ਔਰ ਇਕਨੋਮਿਕਲੀ ਫਾਇਦਾ ਦੇਣ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰਿਸੋਰਸਿਸ ਹੈ ਬੱਚੇ ਜਿਨ੍ਹਾਂ ਦਾ ਚਾਹੇ ਇਕਨੋਮਿਕਲੀ ਸਾਨੂੰ ਕੋਈ ਫਾਇਦਾ ਨਾ ਹੋਵੇ, ਹੋਰ ਵੀ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਰਿਸੋਰਸਿਸ ਯੂਜ਼ ਕਰਦੇ ਹਾਂ। ਜਿਵੇਂ ਕਿ ਅਸੀਂ ਵਾਟਰ ਡਰਿੰਕ ਕਰਦੇ ਹਾਂ, ਠੀਕ ਹੈ, ਜਿਸ ਤੋਂ ਬਿਨਾਂ ਅਸੀਂ ਜ਼ਿੰਦਾ ਨਹੀਂ ਰਹਿ ਸਕਦੇ। ਤਾਂ ਇਸ ਕਰਕੇ ਵਾਟਰ ਕੀ ਹੈ ਸਾਡੇ ਲਈ? ਉਹ ਵੀ ਇੱਕ ਰਿਸੋਰਸ ਹੈ। ਬੇਸ਼ੱਕ ਉਹ ਅਸੀਂ ਉਸ ਨੂੰ ਵੇਚਣਾ ਨਹੀਂ ਹੈ, ਠੀਕ ਹੈ, ਉਸ ਦੀ ਇਕਨੋਮਿਕ ਵੈਲਿਊ ਨਾ ਹੋਵੇ, ਲੇਕਿਨ ਕੋਈ ਵੀ ਚੀਜ਼ ਜਦੋਂ ਉਸਨੂੰ ਇਕਨੋਮਿਕਲੀ ਅਸੀਂ ਸੇਲ ਕਰਦੇ ਹਾਂ, ਖਰੀਦਦੇ ਹਾਂ, ਤਾਂ ਫਿਰ ਉਸ ਚੀਜ਼ ਦੀ ਇਕਨੋਮਿਕ ਵੈਲਿਊ ਹੋ ਜਾਂਦੀ ਹੈ। ਠੀਕ ਹੈ, ਲੇਕਿਨ ਜੇਕਰ ਕਿਸੇ ਚੀਜ਼ ਦੀ ਇਕਨੋਮਿਕ ਵੈਲਿਊ ਨਾ ਵੀ ਹੋਵੇ ਫਿਰ ਵੀ ਉਹ ਰਿਸੋਰਸਿਸ ਹੋ ਸਕਦੀ ਹੈ। ਅਗਰ ਉਹ ਸਾਡੇ ਕਿਸੇ ਵੀ ਕੰਮ ਆ ਸਕਦੀ ਹੈ ਤਾਂ ਉਹ ਹਰ ਚੀਜ਼ ਕੀ ਹੈ? ਸਾਡੇ ਲਈ ਰਿਸੋਰਸ ਹੈ। ਨੈਕਸਟ ਹੈ ਜੀ ਰਿਸੋਰਸ। ਇਹ ਡੈਫੀਨੇਸ਼ਨ ਹੈ ਬੇਟਾ ਰਿਸੋਰਸ ਦੀ। ਯੂ ਕੈਨ ਲੁੱਕ ਐਟ ਹੇਅਰ। ਰਿਸੋਰਸ ਐਵਰੀਥਿੰਗ ਦੈਟ ਵੀ ਯੂਜ਼ ਟੂ ਸੈਟਿਸਫਾਈ ਆਰ ਨੀਡਸ ਇਜ਼ ਕਾਲਡ ਰਿਸੋਰਸ। ਠੀਕ ਹੈ, ਫॉर एग्जांपल वाटर, कोल, एयर, मिनरल एटसेट्रा। ओके बेटा। नैक्सट है जी टाइप्स ऑफ रिसोर्सिस। रिसोर्सिस बच्चे किन्ने तरह के होंगे? दीज आर ऑफ 3 टाइप्स: नैचुरल, ह्यूमन मेड, ह्यूमन रिसोर्स। what are the natural resources? Resources that are drawn from nature and used without much modification are called natural resources. For example, air, water, soil, etc. ਮੀਨਸ ਕਿ ਰਿਸੋਰਸ ਬੱਚੇ ਜਿਹੜੇ ਕਿ ਅਸੀਂ ਨੇਚਰ ਤੋਂ ਡਾਇਰੈਕਟਲੀ ਸਾਨੂੰ ਮਿਲਦੇ ਆ, ਜਿਨ੍ਹਾਂ ਦੇ ਵਿੱਚ ਸਾਨੂੰ ਕੋਈ ਮੋਡੀਫਿਕੇਸ਼ਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਠੀਕ ਹੈ, ਕੋਈ ਉਹਨਾਂ ਨੂੰ ਸਾਨੂੰ ਤੋੜਨਾ ਨਹੀਂ ਪੈਂਦਾ। ਐਜ਼ ਇਟ ਇਜ਼ ਅਸੀਂ ਉਸ ਨੂੰ ਪ੍ਰਯੋਗ ਕਰ ਸਕਦੇ ਹਾਂ। ਜਿਵੇਂ ਵਾਟਰ ਹੈ, ਐਜ਼ ਇਟ ਇਜ਼ ਜਿਵੇਂ ਸਾਨੂੰ ਧਰਤੀ ਦੇ ਉੱਪਰ ਮਿਲਦਾ ਅਸੀਂ ਉਸਨੂੰ ਡਰਿੰਕ ਕਰ ਲੈਂਦੇ ਹਾਂ। ਠੀਕ ਹੈ, ਏਅਰ ਹੈ, ਜਿਵੇਂ ਏਅਰ ਚੱਲਦੀ ਹੈ ਅਸੀਂ ਇਸ ਨਾਲ ਬਰੀਦਿੰਗ ਕਰਦੇ ਹਾਂ। ਸੋਇਲ ਮਿੱਟੀ ਜੋ ਹੈ ਅਸੀਂ ਇਸ ਨੂੰ ਪ੍ਰਯੋਗ ਕਰ ਲੈਂਦੇ ਹਾਂ। ਠੀਕ ਹੈ, ਤਾਂ ਇਹਨਾਂ ਨੂੰ ਸਾਨੂੰ ਕੋਈ ਮੋਡੀਫਿਕੇਸ਼ਨ ਦੀ ਲੋੜ ਨਹੀਂ ਹੁੰਦੀ। ਤਾਂ ਇੱਦਾਂ ਦੇ ਜਿਹੜੇ ਨੈਚੁਰਲੀ ਸਾਨੂੰ ਮਿਲਣ ਵਾਲੇ ਰਿਸੋਰਸਿਸ ਹੈ ਉਹ ਕੀ ਹੁੰਦੇ ਆ? ਨੈਚੁਰਲ ਰਿਸੋਰਸਿਸ। ਨੈਕਸਟ ਹੈ ਨੰਬਰ 2 ਹਿਊਮਨ ਮੇਡ ਰਿਸੋਰਸਿਸ। ਪੀਪਲ ਮੇਡ ਬਿਲਡਿੰਗਸ, ਬ੍ਰਿਜਿਸ, ਰੋਡਸ, ਮਸ਼ੀਨਰੀ ਐਂਡ ਵਹੀਕਲਸ ਯੂਜ਼ਿੰਗ ਨੈਚੁਰਲ ਰਿਸੋਰਸਿਸ। ਅਸੀਂ ਬੱਚੇ ਬਹੁਤ ਸਾਰੀਆਂ ਚੀਜ਼ਾਂ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਪ੍ਰਯੋਗ ਕਰਨ ਲਈ ਬਣਾਉਂਦੇ ਹਾਂ। ਜਿਵੇਂ ਫਸਟ ਆਫ ਆਲ ਸਾਡੇ ਹਾਊਸਿਸ ਹੈ, ਠੀਕ ਹੈ, ਉਹ ਅਸੀਂ ਖੁਦ ਬਣਾਉਂਦੇ ਹਾਂ, ਲੇਕਿਨ ਅਸੀਂ ਪ੍ਰਯੋਗ ਕਿਸ ਦਾ ਕਰਦੇ ਹਾਂ? ਨੈਚੁਰਲ ਰਿਸੋਰਸਿਸ ਦਾ। ਔਰ ਇਸ ਤੋਂ ਬਿਨਾਂ ਸਾਡੇ ਹਾਊਸ ਦੇ ਵਿੱਚ ਅਸੀਂ ਰਹਿੰਦੇ ਹਾਂ, ਲੇਕਿਨ ਇਕੱਲੇ ਹਾਊਸ ਤੋਂ ਬਿਨਾਂ ਅਸੀਂ ਕਿੰਨੀਆਂ ਉੱਥੇ ਹੋਰ ਚੀਜ਼ਾਂ ਨੇ ਜਿਹੜੀਆਂ ਪ੍ਰਯੋਗ ਕਰਦੇ ਹਾਂ। ਉਹ ਸਾਰੀਆਂ ਚੀਜ਼ਾਂ ਕੀ ਕਰਦੇ ਹਾਂ? ਅਸੀਂ ਬਣਾਉਂਦੇ ਹਾਂ। ਠੀਕ ਹੈ, ਤਾਂ ਇਹ ਸਾਰੇ ਕੀ ਨੇ? ਹਿਊਮਨ ਮੇਡ ਰਿਸੋਰਸਿਸ ਨੇ। ਠੀਕ ਹੈ, ਫॉर एग्जांपल ਕੋਈ ਟੇਬਲ ਹੈ, ਕੋਈ ਚੇਅਰ ਹੈ, ਬੁੱਕਸ, ਪੈਨ, ਪੈਨਸਿਲ, ਯੂਟੈਂਸਿਲ ਸਾਡੇ ਹਾਊਸ ਦੇ ਵਿੱਚ, ਹੈ ਨਾ, ਤਾਂ ਇਹ ਸਾਰੀਆਂ ਕੀ ਹੁੰਦੀਆਂ ਨੇ? ਹਿਊਮਨ ਮੇਡ ਰਿਸੋਰਸਿਸ। ਓਕੇ। ਨੈਕਸਟ ਹੈ ਜੀ ਹਿਊਮਨ ਰਿਸੋਰਸ। ਬੱਚੇ ਹਿਊਮਨ ਬੀਂਗਸ ਆਲਸੋ ਆਰ ਰਿਸੋਰਸਿਸ। ਹਿਊਮਨ ਬੀਂਗਸ ਮੀਨਸ ਮਨੁੱਖ, ਆਦਮੀ। ਠੀਕ ਹੈ, ਅਸੀਂ ਸਭ ਇਹ ਵੀ ਰਿਸੋਰਸਿਸ ਹੈ। ਕੋਈ ਵੀ ਪਰਸਨ ਬੱਚੇ ਰਿਸੋਰਸ ਕਦੋਂ ਹੈ? ਵੈਨ he or she is having any skill, any knowledge, any technology। ਠੀਕ ਹੈ, ਕੋਈ ਵੀ ਵਿਅਕਤੀ ਜਿਸ ਨੂੰ ਕੋਈ ਨੌਲੇਜ ਹੈ ਉਹ ਕੁਛ ਵੀ ਇੱਦਾਂ ਦਾ ਕਰ ਸਕਦਾ ਆਪਣੇ ਫਾਇਦੇ ਲਈ, ਦੂਸਰਿਆਂ ਦੇ ਫਾਇਦੇ ਲਈ, ਤਾਂ ਉਹ ਸਾਰੇ ਕੀ ਹੁੰਦੇ ਨੇ? ਹਿਊਮਨ ਰਿਸੋਰਸ ਹੁੰਦੇ ਨੇ। ਠੀਕ ਹੈ ਬੱਚੇ, ਨੈਚੁਰਲ ਰਿਸੋਰਸਿਸ ਦਾ ਯੂਜ਼ ਕਦੋਂ ਹੈ? ਜਦੋਂ ਸਾਨੂੰ ਉਹਨਾਂ ਬਾਰੇ ਨੌਲੇਜ ਹੈਗੀ ਹੈ, ਸਾਡੇ ਕੋਲ ਇੱਦਾਂ ਦੀ ਟੈਕਨੋਲੋਜੀ ਹੈਗੀ ਹੈ ਕਿ ਅਸੀਂ ਉਹਨਾਂ ਨੂੰ ਅੱਛੀ ਤਰ੍ਹਾਂ ਯੂਜ਼ ਕਰ ਸਕਦੇ ਹਾਂ।
ਠੀਕ ਹੈ, ਉਦੋਂ ਹੀ ਨੈਚੁਰਲ ਰਿਸੋਰਸਿਸ ਸਾਡੇ ਲਈ ਰਿਸੋਰਸਿਸ ਨੇ। ਨਹੀਂ ਤਾਂ ਸਾਡੇ ਆਸੇ ਪਾਸੇ ਕਿੰਨੀਆਂ ਚੀਜ਼ਾਂ ਪਈਆਂ ਰਹਿਣ। ਬੱਚੇ ਸਨਲਾਈਟ ਹੈ, ਸਨਲਾਈਟ ਆ ਰਹੀ ਹੈ, ਕਾਫੀ ਲੰਬਾ ਸਮਾਂ ਪਹਿਲਾਂ ਸਾਨੂੰ ਉਹਦੇ ਬਾਰੇ ਕੁਛ ਨਹੀਂ ਸੀ ਪਤਾ ਹੁੰਦਾ, ਅਸੀਂ ਜਸਟ ਇੱਕ ਧੁੱਪ ਸੇਕਦੇ ਸੀ। ਲੇਕਿਨ ਹੁਣ ਕੀ ਹੈ, ਸਾਨੂੰ ਟੈਕਨੋਲੋਜੀ ਆ ਗਈ, ਅਸੀਂ ਸੋਲਰ ਸਿਸਟਮ ਲਗਾ ਰੱਖੇ ਨੇ ਹੈ ਨਾ। ਤਾਂ ਹੁਣ ਇਹ ਕੀ ਹੋ ਗਿਆ, ਸਨਲਾਈਟ ਵੀ ਸਾਡੇ ਲਈ ਇੱਕ ਰਿਸੋਰਸ ਬਣ ਗਈ ਹੈ, ਕਿਉਂਕਿ ਅਸੀਂ ਉਸ ਤੋਂ ਬਹੁਤ ਸਾਰਾ ਕੰਮ ਲੈਂਦੇ ਹਾਂ, ਇਲੈਕਟ੍ਰੀਸਿਟੀ ਪੈਦਾ ਕਰਦੇ ਹਾਂ ਹੈ ਨਾ। ਬਹੁਤ ਸਾਰੀਆਂ ਹੋਰ ਮਸ਼ੀਨਾਂ ਚੱਲਦੀਆਂ, ਕੁੱਕਰ ਵਗੈਰਾ ਚੱਲਦੇ, ਹੋਰ ਵੀ ਕਿੰਨਾ ਕੁਛ ਟੈਕਨੋਲੋਜੀ ਕਰਕੇ ਹੈ। ਜੇ ਹਿਊਮਨ ਬੀਇੰਗਸ ਕੋਲ ਟੈਕਨੋਲੋਜੀ ਆਈ, ਲੋਕਾਂ ਨੂੰ ਇਸ ਚੀਜ਼ ਦਾ ਗਿਆਨ ਹੋਇਆ, ਤਾਂ ਹੀ ਬੱਚੇ ਉਹਨਾਂ ਨੇ ਇਸ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ, ਤਾਂ ਇਸ ਕਰਕੇ ਜੇ ਨੈਚੁਰਲ ਰਿਸੋਰਸਿਸ ਨੂੰ ਯੂਜ਼ ਕਰਨ ਵਾਲਾ ਕੋਈ ਨਹੀਂ ਹੈ, ਲੋਕਾਂ ਨੂੰ ਉਸਦੀ ਨੌਲੇਜ ਹੀ ਨਹੀਂ ਹੈ, ਤਾਂ ਫਿਰ ਬੱਚੇ ਨੈਚੁਰਲ ਰਿਸੋਰਸਿਸ ਦਾ ਵੀ ਕੋਈ ਫਾਇਦਾ ਨਹੀਂ ਹੈ। ਤਾਂ ਇਸ ਕਰਕੇ ਹਿਊਮਨ ਬੀਇੰਗਸ ਵੀ ਕੀ ਨੇ, ਇੱਕ ਰਿਸੋਰਸ ਨੇ। ਠੀਕ ਹੈ, ਨੈਕਸਟ ਹੈ ਜੀ ਕਲਾਸੀਫਿਕੇਸ਼ਨ ਆਫ ਨੈਚੁਰਲ ਰਿਸੋਰਸਿਸ। ਬੱਚੇ ਨਾਓ ਅਗੇਨ ਜਿਹੜੇ ਨੈਚੁਰਲ ਰਿਸੋਰਸਿਸ ਹੈ ਉਹਨਾਂ ਨੂੰ ਅਸੀਂ ਕਈ ਪੁਆਇੰਟ ਆਫ ਵਿਊ ਤੋਂ ਕਲਾਸੀਫਾਈ ਕਰਦੇ ਹਾਂ। ਫਸਟ ਆਫ ਆਲ ਔਨ ਦਾ ਬੇਸਿਸ ਆਫ ਲੈਵਲ ਆਫ ਡਿਵੈਲਪਮੈਂਟ ਐਂਡ ਯੂਜ਼। ਸਭ ਤੋਂ ਪਹਿਲਾਂ ਉਹਨਾਂ ਦੀ ਡਿਵੈਲਪਮੈਂਟ ਦੇ ਲੈਵਲ ਦੇ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਕਲਾਸੀਫਾਈ ਕਰਦੇ ਹਾਂ। ਸੈਕਿੰਡ ਹੈ ਔਨ ਦਾ ਬੇਸਿਸ ਆਫ ਓਰੀਜਨ। ਠੀਕ ਹੈ, ਨੈਕਸਟ ਹੈ ਔਨ ਦਾ ਬੇਸਿਸ ਆਫ ਸਟਾਕ। ਫੋਰਥ ਔਨ ਦਾ ਬੇਸਿਸ ਆਫ ਡਿਸਟਰੀਬਿਊਸ਼ਨ। ठीक है, सो वी विल डिस्कस इन डिटेल ऑन द बेसिस ऑफ डेवलपमेंट। बच्चे ऑन द बेसिस ऑफ डेवलपमेंट रिसोर्सेज आर टू टाइप्स। नंबर वन है एक्चुअल रिसोर्सेज। एक्चुअल रिसोर्सेज आर दोज हुज क्वांटिटी इज़ नोन। ਉਹ ਰਿਸੋਰਸਿਸ ਜਿਨ੍ਹਾਂ ਦੀ ਕੁਆਂਟਿਟੀ ਬਾਰੇ ਅਸੀਂ ਜਾਣਦੇ ਹਾਂ। ਠੀਕ ਹੈ, ਉਹ ਕੀ ਨੇ, ਐਕਚੁਅਲ ਰਿਸੋਰਸਿਸ ਨੇ। ਦੀਜ਼ ਰਿਸੋਰਸਿਸ ਆਰ ਬੀਇੰਗ ਯੂਜ਼ਡ ਇਨ ਦਾ ਪ੍ਰੈਜ਼ੈਂਟ, ਜਿਨ੍ਹਾਂ ਨੂੰ ਅਸੀਂ ਅੱਜ ਕੱਲ੍ਹ ਯੂਜ਼ ਕਰ ਰਹੇ ਹਾਂ, ਐਟ ਪ੍ਰੈਜ਼ੈਂਟਲੀ ਅਸੀਂ ਉਹਨਾਂ ਨੂੰ ਯੂਜ਼ ਕਰ ਰਹੇ ਹਾਂ। ਫੋਰ ਐਗਜ਼ਾਮਪਲ ਕੋਲ ਇਨ ਰਡ ਰੀਜਨ ਆਫ ਜਰਮਨੀ, ਦ ਡਾਰਕ ਸੋਇਲਸ ਆਫ ਦਾ ਡੈਕਨ ਪਲੇਟੂ ਇਨ ਮਹਾਰਾਸ਼ਟਰ। ਮਹਾਰਾਸ਼ਟਰ ਦੇ ਵਿੱਚ ਇਹ ਡੈਕਨ ਪਲੇਟੂ ਦੇ ਵਿੱਚ ਜਿਹੜੀ ਸੋਇਲ ਹੈ ਉਹ ਵੀ ਸਾਡੇ ਲਈ ਯੂਜ਼ਫੁਲ ਹੈ, ਅਸੀਂ ਉਸਨੂੰ ਯੂਜ਼ ਕਰ ਰਹੇ ਹਾਂ। ਇਸ ਤਰ੍ਹਾਂ ਕੋਲ ਜਿਹੜਾ ਹੈਗਾ ਉਹ ਵੀ ਅਸੀਂ ਪ੍ਰਯੋਗ ਕਰ ਰਹੇ ਹਾਂ। ਤਾਂ ਇਸ ਤਰ੍ਹਾਂ ਜਿਹੜੀ ਰਿਸੋਰਸਿਸ ਕੀ ਹੁੰਦੇ ਆ, ਇਹ ਐਕਚੁਅਲ ਰਿਸੋਰਸਿਸ ਹੁੰਦੇ ਆ। ਠੀਕ ਹੈ, ਨੈਕਸਟ ਹੈ ਜੀ ਪੋਟੈਂਸ਼ੀਅਲ ਰਿਸੋਰਸਿਸ। ਪੋਟੈਂਸ਼ੀਅਲ ਰਿਸੋਰਸਿਸ ਕਿਹੜੇ ਆ ਬੱਚੇ, ਜਿਨ੍ਹਾਂ ਦੇ ਵਿੱਚ ਕੋਈ ਪੋਟੈਂਸ਼ੀਅਲ ਪਾਵਰ ਹੈ, ਕੋਈ ਸਮਰੱਥਾ ਹੈ, ਕੁਛ ਹੋ ਸਕਦਾ ਉਹਨਾਂ ਤੋਂ। ਠੀਕ ਹੈ, ਕੁਛ ਨਾ ਕੁਛ ਪੈਦਾ ਕੀਤਾ ਜਾ ਸਕਦਾ, ਕੋਈ ਸ਼ਕਤੀ ਉਹਨਾਂ ਤੋਂ ਬਣ ਸਕਦੀ ਹੈ, ਕੋਈ ਐਨਰਜੀ ਬਣਾਈ ਜਾ ਸਕਦੀ ਹੈ। ਠੀਕ ਹੈ, ਉਹ ਕੀ ਨੇ, ਪੋਟੈਂਸ਼ੀਅਲ ਰਿਸੋਰਸਿਸ ਹੁੰਦੇ ਹੈ। ਪੋਟੈਂਸ਼ੀਅਲ ਰਿਸੋਰਸਿਸ ਆਰ those whose entire quantity may not be known and these are not being used at present. For example, uranium found in Ladakh। बच्चे यूरेनियम जो है ये भी एक बहुत अच्छा पोटेंशियल रिसोर्सिस है, बहुत पोटेंशियल पावर है इसकी, लेकिन ਸਾਡੇ ਕੋਲ ਇੰਨੀ ਅੱਛੀ ਟੈਕਨੋਲੋਜੀ ਨਹੀਂ ਹੈ ਕਿ ਅਸੀਂ ਇਸ ਦੀ ਪਾਵਰ ਨੂੰ ਅੱਛੀ ਤਰ੍ਹਾਂ ਯੂਜ਼ ਕਰ ਸਕੀਏ, 100% ਇਸ ਦਾ ਪ੍ਰਯੋਗ ਕਰ ਸਕੀਏ। ਠੀਕ ਹੈ, ਤਾਂ ਇੱਦਾਂ ਦੇ ਜਿਹੜੇ ਰਿਸੋਰਸਿਸ ਹੈ। ਦੂਸਰਾ, ਇਸ ਦੀ ਜਿਹੜੀ ਕੁਆਂਟਿਟੀ ਹੈ ਉਸ ਦੇ ਬਾਰੇ ਵੀ ਅਸੀਂ ਅੱਛੀ ਤਰ੍ਹਾਂ ਨਹੀਂ ਜਾਣਦੇ, ਸਾਨੂੰ ਨਹੀਂ ਪਤਾ ਕਿ ਕਿੰਨੀ ਕੁ ਮਾਤਰਾ ਦੇ ਵਿੱਚ ਯੂਰੇਨੀਅਮ ਉੱਥੇ ਪਿਆ ਹੋਇਆ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਜਿਹੜੇ ਰਿਸੋਰਸਿਸ ਹੁੰਦੇ ਆ ਉਹ ਕੀ ਹੁੰਦੇ ਨੇ, ਪੋਟੈਂਸ਼ੀਅਲ ਰਿਸੋਰਸਿਸ। ਨੈਕਸਟ ਹੈ ਜੀ ਬੇਸਡ ਔਨ ਓਰੀਜਨ। Again, these are two types, biotic resources or biotic resources. Biotic resources are living। ਇਹ ਸਾਰੇ ਕੀ ਹੁੰਦੇ ਨੇ, ਲਿਵਿੰਗ ਹੁੰਦੇ ਨੇ ਬੱਚੇ, ਦੇ ਹੈਵ ਲਾਈਫ। ਠੀਕ ਹੈ, ਇਹਨਾਂ ਕੋਲ ਲਾਈਫ ਹੁੰਦੀ ਹੈ। ਫੋਰ ਐਗਜ਼ਾਮਪਲ ਪਲਾਂਟਸ ਐਂਡ ਐਨੀਮਲਸ, ਇਹ ਕੀ ਨੇ, ਬਾਇਓਟਿਕ ਰਿਸੋਰਸਿਸ ਹੈ। ਜਿਹੜੇ ਵੱਧਦੇ ਫੁੱਲਦੇ ਆ ਉਹਨਾਂ ਵਿੱਚ ਜਾਨ ਹੁੰਦੀ ਹੈ, ਉਹ ਸਾਹ ਲੈਂਦੇ ਨੇ, ਉਹ ਸਾਰੇ ਕੀ ਹੁੰਦੇ ਨੇ, ਬਾਇਓਟਿਕ ਰਿਸੋਰਸਿਸ ਹੁੰਦੇ ਆ। Abiotic resources, all the non-living things are called abiotic resources। abiotic resources ਦੇ ਵਿੱਚ ਬੱਚੇ ਕੋਈ ਜਾਨ ਨਹੀਂ ਹੁੰਦੀ। ਠੀਕ ਹੈ, ਉਹ ਕੋਈ ਵੱਧਦੇ ਫੁੱਲਦੇ ਨਹੀਂ ਹੈ, ਤਾਂ ਉਹ ਕੀ ਹੁੰਦੇ ਨੇ, ਨੋਨ ਲਿਵਿੰਗ ਥਿੰਗਸ। ਠੀਕ ਹੈ, ਇਹ ਸਾਰੀਆਂ ਨੋਨ ਲਿਵਿੰਗ ਥਿੰਗਸ ਜਿਹੜੀਆਂ ਹੁੰਦੀਆਂ ਨੇ ਉਹ abiotic resources ਹੁੰਦੇ ਆ। ਬੱਚੇ ਕੀਪ ਇਨ ਮਾਈਂਡ ਵੀ ਆਰ ਟਾਕਿੰਗ ਅਬਾਊਟ ਦਾ ਨੈਚੁਰਲ ਰਿਸੋਰਸਿਸ। ਠੀਕ ਹੈ, ਡੋਂਟ ਥਿੰਕ ਅਬਾਊਟ ਯੂਰ ਹਾਊਸ ਐਟਸੈਕਟਰਾ। ਆਪਾਂ ਉਹਨਾਂ ਦੀ ਗੱਲ ਨਹੀਂ ਕਰ ਰਹੇ, ਉਹ ਹਿਊਮਨ ਮੇਡ ਰਿਸੋਰਸਿਸ ਨੇ, ਬਟ ਆਪਾਂ ਗੱਲ ਕਰ ਰਹੇ ਹਾਂ ਨੈਚੁਰਲ ਰਿਸੋਰਸਿਸ ਦੀ। ਸੋ ਦੈਟ ਆਈ ਹੈਵ ਗਿਵਨ ਯੂ ਐਗਜ਼ਾਮਪਲਸ ਆਫ ਰੌਕਸ ਐਂਡ ਮਿਨਰਲਸ। ਠੀਕ ਹੈ, ਦੀਜ਼ ਆਰ ਨੋਨ ਲਿਵਿੰਗ ਥਿੰਗਸ। ਨੈਕਸਟ ਹੈ ਬੇਸਡ ਔਨ ਐਗਜ਼ੌਸਟਿਬਿਲਿਟੀ। based on exhaustibility also beta resources are two types. Number one, renewable resources. Renewable resources are those which are being used again and again। ਬੱਚੇ ਇਹ ਰੀਨਿਊਏਬਲ ਰਿਸੋਰਸਿਸ ਉਹ ਰਿਸੋਰਸਿਸ ਹੈ ਜਿਨ੍ਹਾਂ ਨੂੰ ਅਸੀਂ ਬਾਰ-ਬਾਰ ਪ੍ਰਯੋਗ ਕਰ ਸਕਦੇ ਹਾਂ, ਜੋ ਇੱਕ ਵਾਰ ਪ੍ਰਯੋਗ ਕਰਨ ਨਾਲ ਖਤਮ ਨਹੀਂ ਹੁੰਦੇ। ਠੀਕ ਹੈ, ਫੋਰ ਐਗਜ਼ਾਮਪਲ
ਸੋਲਰ ਐਂਡ ਵਿੰਡ ਐਨਰਜੀ। ਸੋਲਰ ਐਂਡ ਵਿੰਡ ਐਨਰਜੀ ਬੱਚੇ ਅਸੀਂ ਜਿਹੜੀ ਸਨ ਲਾਈਟ ਤੋਂ ਬਣਾਉਂਦੇ ਹਾਂ ਐਨਰਜੀ, ਜਿਹਨੂੰ ਅਸੀਂ ਸੋਲਰ ਐਨਰਜੀ ਕਹਿੰਦੇ ਹਾਂ, ਠੀਕ ਹੈ। ਦੂਸਰਾ ਅਸੀਂ ਵਿੰਡ ਐਨਰਜੀ, ਜਿਵੇਂ ਬਹੁਤ ਸਾਰੀ ਮਤਲਬ ਇਲਾਕਿਆਂ ਦੇ ਵਿੱਚ ਬਹੁਤ ਤੇਜ਼ ਹਵਾਵਾਂ ਚੱਲਦੀਆਂ ਤਾਂ ਉੱਥੇ ਵਿੰਡ ਮਿਲਸ ਵਗੈਰਾ ਲੱਗੀਆਂ ਹੁੰਦੀਆਂ ਨੇ, ਠੀਕ ਹੈ। ਤਾਂ ਉਹ ਇੱਦਾਂ ਦੀ ਐਨਰਜੀ ਹੈ ਬੱਚੇ ਜਿਹੜੀ ਖ਼ਤਮ ਨਹੀਂ ਹੁੰਦੀ। ਹਵਾ ਜਿੰਨੀ ਮਰਜ਼ੀ ਚੱਲੀ ਜਾਵੇ, ਅਸੀਂ ਉਹਨੂੰ ਕਿੰਨਾ ਵੀ ਪ੍ਰਯੋਗ ਕਰ ਲਈਏ ਲੇਕਿਨ ਉਹ ਖ਼ਤਮ ਨਹੀਂ ਹੁੰਦੀ, ਠੀਕ ਹੈ। ਬਾਰ-ਬਾਰ ਹਵਾ ਫਿਰ ਚੱਲ ਪੈਂਦੀ ਹੈ, ਫਿਰ ਉਹਨਾਂ ਦੇ ਮਿਲਸ ਚੱਲ ਪੈਂਦੀਆਂ ਨੇ। ਤਾਂ ਇਸੇ ਤਰ੍ਹਾਂ ਹੀ ਸੋਲਰ ਹੈ। ਤਾਂ ਇਹ ਇੱਦਾਂ ਦੇ ਜਿਹੜੇ ਰਿਸੋਰਸਿਸ ਹੁੰਦੇ ਆ। ਇਸੇ ਤਰ੍ਹਾਂ ਕੁਝ ਮੈਟਲਸ ਵੀ ਹੈ ਜਿਨ੍ਹਾਂ ਨੂੰ ਅਸੀਂ ਇੱਕ ਚੀਜ਼ ਤੋਂ ਦੂਸਰੀ, ਜਿਵੇਂ ਅਸੀਂ ਇੱਕ ਸੋਨੇ ਦੇ ਗਹਿਣੇ ਹੀ ਬਣਵਾਉਂਦੇ ਹਾਂ, ਹੈ ਨਾ। ਤਾਂ ਇੱਕ ਵਾਰੀ ਅਸੀਂ ਜਿਹੜੀ ਚੀਜ਼ ਬਣਵਾ ਲਈ, ਫਿਰ ਅਸੀਂ ਵਾਪਸ ਜੇ ਸਾਨੂੰ ਉਹ ਨਹੀਂ ਚੰਗੀ ਲੱਗਦੀ, ਅਸੀਂ ਸੁਨਿਆਰ ਨੂੰ ਕਹਿੰਦੇ ਹਾਂ ਵੀ ਆਹ ਭਾਈ ਮੇਰੀ ਰਿੰਗ ਹੈ ਤਾਂ ਇਹਦੇ ਤੋਂ ਮੈਂ ਆਪਦਾ ਕੋਈ ਚੇਨ ਬਣਵਾਉਣੀ ਹੈ, ਕੁਛ ਹੋਰ ਬਣਵਾਉਣਾ ਹੈ ਨਾ। ਤਾਂ ਉਹ ਅਸੀਂ ਉਹਨੂੰ ਬਣਾ ਲੈਂਦੇ ਹਾਂ, ਉਹ ਦੁਬਾਰਾ ਉਸਨੂੰ ਗਰਮ ਕਰਕੇ ਔਰ ਉਸ ਦੀ ਉੱਦਾਂ ਦੀ ਸ਼ੇਪ ਦੇ ਦਿੰਦਾ। ਤਾਂ ਇਸ ਤਰ੍ਹਾਂ ਦੇ ਜਿਹੜੇ ਰਿਸੋਰਸ ਹੈ ਜਿਹਨਾਂ ਨੂੰ ਅਸੀਂ ਅਗੇਨ ਐਂਡ ਅਗੇਨ ਯੂਜ਼ ਕਰ ਸਕਦੇ ਹੋ, ਕਿੰਨੇ ਰੀਨਿਊਏਬਲ ਰਿਸੋਰਸਿਸ ਨੇ। ਨੈਕਸਟ ਹੈ ਜੀ ਨੋਨ ਰੀਨਿਊਏਬਲ ਰਿਸੋਰਸਿਸ। ਨੋਨ ਰੀਨਿਊਏਬਲ ਰਿਸੋਰਸਿਸ ਕਿਹੜੇ ਆ ਬੱਚੇ? ਦੋਜ਼ which have limited stock, we can use them only once a time। ਜਿਹੜੇ ਰਿਸੋਰਸਿਸ ਨੂੰ ਅਸੀਂ ਸਿਰਫ ਇੱਕ ਵਾਰ ਪ੍ਰਯੋਗ ਕਰ ਸਕਦੇ ਹਾਂ, ਉਹਨਾਂ ਦਾ ਜਿਹੜਾ ਸਟਾਕ ਹੈ ਉਹ ਲਿਮਟਿਡ ਹੋਏਗਾ। ਓਬਵੀਅਸਲੀ ਬੇਟਾ ਜੋ ਚੀਜ਼ ਅਸੀਂ ਇੱਕ ਵਾਰੀ ਪ੍ਰਯੋਗ ਕਰ ਲਈ ਉਹ ਖਤਮ ਹੋ ਗਈ ਤਾਂ ਫਿਰ ਉਹਨਾਂ ਦਾ ਸਟਾਕ ਤਾਂ ਖਤਮ ਹੋਏਗਾ ਹੀ ਨਾ। ਫੋਰ ਐਗਜ਼ਾਮਪਲ ਕੋਲ, ਪੈਟਰੋਲੀਅਮ ਐਂਡ ਨੈਚੁਰਲ ਗੈਸ। ਜਿਹੜਾ ਅਸੀਂ ਆ ਪੈਟਰੋਲੀਅਮ ਵਗੈਰਾ ਯੂਜ਼ ਕਰਦੇ ਹਾਂ, ਸਾਡੇ ਵਹੀਕਲਸ ਦੇ ਵਿੱਚ ਅਸੀਂ ਆਇਲ ਯੂਜ਼ ਕਰਦੇ ਹਾਂ, ਸਾਰਾ ਕੀ ਹੈ ਪੈਟਰੋਲੀਅਮ ਦੇ ਅੰਡਰ ਆਉਂਦਾ। ਤਾਂ ਇਸੇ ਤਰ੍ਹਾਂ ਹੀ ਕੋਲ ਜਿਹੜਾ ਹੁੰਦਾ ਹੋ ਸਕਦਾ ਬੱਚੇ ਤੁਸੀਂ ਨਾ ਦੇਖਿਆ ਹੋਵੇ। ਪਹਿਲਾਂ ਤਾਂ ਅਸੀਂ ਜਿਹੜੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੀ ਭੱਠੀ ਚਲਾਉਂਦੇ ਸੀ ਨਾ, ਅੱਜ ਕੱਲ੍ਹ ਅਸੀਂ ਨੈਚੁਰਲ ਗੈਸ ਯੂਜ਼ ਕਰਦੇ ਹਾਂ, ਪਰ ਪਹਿਲਾਂ ਲੋਕ ਕੋਲ ਯੂਜ਼ ਕਰਦੇ ਸੀ। ਹੁਣ ਵੀ ਬਹੁਤ ਸਾਰੇ ਥਰਮਲ ਪਲਾਂਟਸ ਵਗੈਰਾ ਕੋਲ ਨਾਲ ਚੱਲਦੇ ਹੈ, ਹੈ ਨਾ। ਤਾਂ ਇਹ ਕੋਲ ਵੀ ਉੱਦਾਂ ਦੀ ਚੀਜ਼ ਹੈ ਜਿਹੜਾ ਇੱਕ ਵਾਰੀ ਪ੍ਰਯੋਗ ਕਰ ਲਿਆ ਉਸ ਤੋਂ ਬਾਅਦ ਬੱਚੇ ਇਸ ਨੂੰ ਦੁਬਾਰਾ ਅਸੀਂ ਪ੍ਰਯੋਗ ਨਹੀਂ ਕਰ ਸਕਦੇ, ਇਹ ਵੇਸਟ ਹੋ ਜਾਂਦਾ, ਠੀਕ ਹੈ। ਜਿਵੇਂ ਲੱਕੜੀ ਜਲਾਉਣ ਤੋਂ ਬਾਅਦ ਸੁਆਹ ਬਣ ਜਾਂਦੀ ਹੈ, ਉਸੇ ਤਰ੍ਹਾਂ ਇਹ ਕੋਲ ਵੀ ਸੁਆਹ ਬਣ ਜਾਂਦਾ ਹੈ। ਤਾਂ ਇਸ ਤਰ੍ਹਾਂ ਪੈਟਰੋਲੀਅਮ ਜੋ ਹੈ ਉਹ ਵੀ ਅਸੀਂ ਵਹੀਕਲਸ ਦੇ ਵਿੱਚ ਇੱਕ ਵਾਰੀ ਪਾ ਲੈਂਦੇ ਹਾਂ ਅਤੇ ਉਹ ਯੂਜ਼ ਕੀਤਾ ਜਾਂਦਾ, ਕੰਜ਼ਿਊਮ ਹੋ ਜਾਂਦਾ, ਖਤਮ ਹੋ ਜਾਂਦਾ, ਠੀਕ ਹੈ। ਤਾਂ ਇੱਦਾਂ ਦੇ ਜਿਹੜੇ ਰਿਸੋਰਸਿਸ ਆ ਉਹ ਕੀ ਨੇ? ਨੋਨ ਰੀਨਿਊਏਬਲ ਰਿਸੋਰਸਿਸ ਹੁੰਦੇ ਆ, ਠੀਕ ਹੈ। ਨੈਕਸਟ ਜੋ ਹੈ ਕੰਜ਼ਰਵਿੰਗ ਰਿਸੋਰਸਿਸ। ਕੰਜ਼ਰਵਿੰਗ ਰਿਸੋਰਸਿਸ ਦਾ ਮਤਲਬ ਕੀ ਹੈ ਬੇਟਾ? ਜਿਹੜੇ ਰਿਸੋਰਸਿਸ ਸਾਡੇ ਕੋਲ ਨੈਚੁਰਲ ਰਿਸੋਰਸਿਸ ਪਏ ਹੈ ਤਾਂ ਅਸੀਂ ਉਹਨਾਂ ਨੂੰ ਜੇ ਅਗਰ ਇੱਦਾਂ ਹੀ ਇੰਨੇ ਵੱਡੇ ਪੈਮਾਨੇ 'ਤੇ ਪ੍ਰਯੋਗ ਕਰਦੇ ਰਹੇ ਤਾਂ ਇੱਕ ਬਹੁਤ ਛੇਤੀ ਉਹ ਕੀ ਹੋ ਜਾਣਗੇ? ਕੰਜ਼ਿਊਮ ਹੋ ਜਾਣਗੇ, ਖਤਮ ਹੋ ਜਾਣਗੇ, ਠੀਕ ਹੈ। ਤਾਂ ਇਸ ਕਰਕੇ ਉਹਨਾਂ ਨੂੰ ਕੰਜ਼ਰਵ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮੀਨਸ ਉਹਨਾਂ ਦੀ ਸਾਂਭ ਸੰਭਾਲ ਰੱਖਣੀ ਬਹੁਤ ਜ਼ਰੂਰੀ ਹੈ। ਬੱਚੇ ਜਿਹੜੀ ਸਾਡੀ ਡੇ ਟੂ ਡੇ ਲਾਈਫ ਹੈ ਅਸੀਂ ਇੱਦਾਂ ਦੀ ਬਣਾ ਰੱਖੀ ਹੈ ਕਿ ਅਸੀਂ ਨੈਚੁਰਲ ਰਿਸੋਰਸਿਸ ਨੂੰ ਬਹੁਤ ਜ਼ਿਆਦਾ ਯੂਜ਼ ਕਰ ਰਹੇ ਹਾਂ। ਚਲੋ ਉਹ ਸਾਡੀ ਮਜਬੂਰੀ ਹੈ ਕਿ ਅਸੀਂ ਵਹੀਕਲਸ ਵਗੈਰਾ ਤੋਂ ਬਿਨਾਂ ਨਹੀਂ ਰਹਿ ਸਕਦੇ, ਲੇਕਿਨ ਅਸੀਂ ਉਹਨਾਂ ਦੀ ਵੇਸਟੇਜ ਤੋਂ ਪਰਹੇਜ਼ ਕਰ ਸਕਦੇ ਹਾਂ, ਠੀਕ ਹੈ। ਜਿੱਥੇ ਅਸੀਂ ਉਹਨਾਂ ਦੀ ਬਚਤ ਕਰ ਸਕਦੇ ਹਾਂ, ਕੇਅਰਫੁਲੀ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਯੂਜ਼ਿੰਗ ਰਿਸੋਰਸਿਸ carefully and giving them time to get renewed is called resource conservation। ਮੀਨਸ ਕਿ ਉਹਨਾਂ ਨੂੰ ਅਸੀਂ ਕੇਅਰਫੁਲੀ ਯੂਜ਼ ਕਰੀਏ, ਫਾਲਤੂ ਵੇਸਟ ਨਾ ਕਰੀਏ, ਠੀਕ ਹੈ। ਤਾਂ ਇਹ ਕੀ ਹੈ ਬੱਚੇ? ਕੰਜ਼ਰਵਿੰਗ ਰਿਸੋਰਸਿਸ। Balancing the need to use resources and also conserve them for the future is called sustainable ਡਿਵੈਲਪਮੈਂਟ। ਸਸਟੇਨੇਬਲ ਡਿਵੈਲਪਮੈਂਟ ਕੀ ਹੈ ਬੇਟਾ? ਕਿ ਅਸੀਂ ਜਿਹੜੇ ਰਿਸੋਰਸਿਸ ਆ ਉਹਨਾਂ ਨੂੰ ਆਪ ਵੀ ਯੂਜ਼ ਕਰੀਏ ਅਤੇ ਕੁਛ ਨਾ ਕੁਛ ਪਾਰਟ ਜਿਹੜਾ ਹੈਗਾ ਉਹਨਾਂ ਦਾ ਇਨ ਫਿਊਚਰ ਵੀ ਸਾਡੇ ਕੰਮ ਆ ਸਕੇ। ਅਸੀਂ ਇੰਨਾ ਨਾ ਪ੍ਰਯੋਗ ਕਰ ਲਈਏ ਕਿ ਅਸੀਂ ਹੁਣੇ ਉਹਨਾਂ ਨੂੰ ਖਤਮ ਕਰ ਦਈਏ ਅਤੇ ਸਾਡੀ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨ ਨੇ ਫਿਰ ਉਹਨਾਂ ਲਈ ਬਚੇ ਹੀ ਨਾ ਕੁਛ। ਜਾਂ ਇਸ ਤਰ੍ਹਾਂ ਮਤਲਬ ਉਹਨਾਂ ਦੀ ਇੰਨੀ ਸੂਝ-ਬੂਝ ਨਾਲ ਉਸਨੂੰ ਪ੍ਰਯੋਗ ਕਰਨਾ ਕਿ ਸਾਡਾ ਕੰਮ ਵੀ ਚੱਲਦਾ ਰਹੇ, ਉਹ ਰੀਜਨਰੇਟ ਵੀ ਹੁੰਦੇ ਰਹਿਣ, ਨਾਲ ਨਵੇਂ ਬਣਦੇ ਰਹਿਣ ਤਾਂ ਕਿ ਇਨ ਫਿਊਚਰ ਵੀ ਉਹ ਸਭ ਦੇ ਕੰਮ ਆ ਸਕਣ, ਠੀਕ ਹੈ। ਤਾਂ ਇਹੀ ਕੀ ਹੈ ਬੱਚੇ? ਰਿਸੋਰਸ ਕੰਜ਼ਰਵਿੰਗ ਹੈ। ਅੰਡਰਸਟੈਂਡ ਦੇयर ਆਰ ਮੈਨੀ ਵੇਜ਼ of conserving resources. Each person can contribute by reducing consumption, recycling and reusing this. Ultimately it makes a difference because all our lives are linked। Means ਹਰ ਬੰਦਾ ਜੋ ਹੈ ਕੁਛ ਨਾ ਕੁਛ ਇਹਨਾਂ ਦੀ ਬੱਚਤ ਕਰਕੇ, ਕੁਛ ਉਹਨਾਂ ਨੂੰ ਰੀਯੂਜ਼ ਕਰਕੇ, ਠੀਕ ਹੈ, ਇੱਦਾਂ ਦਾ ਸਿਸਟਮ ਬਣਾਇਆ ਜਾ ਸਕੇ ਕਿ ਜਿਹੜੇ ਰਿਸੋਰਸਿਸ ਨੂੰ ਅਸੀਂ ਰੀਯੂਜ਼ ਕਰ ਸਕਦੇ ਉਹਨਾਂ ਨੂੰ ਜ਼ਰੂਰ ਕਰੀਏ। ਤਾਂ ਉਸ ਦੇ ਨਾਲ ਕੀ ਹੋ ਸਕਦਾ? ਰਿਸੋਰਸਿਸ ਦੀ ਸੰਭਾਲ ਹੋ ਸਕਦੀ ਹੈ, ਠੀਕ ਹੈ। ਸਸਟੇਨੇਬਲ ਡਿਵੈਲਪਮੈਂਟ ਆਲਰੇਡੀ ਵੀ ਹੈਵ talked about it। Carefully utilizing resources so that besides
meeting the requirements of the present also takes care of future generation। ਇਸ ਦੀ ਵਿੱਚ ਇੱਕ ਮਤਲਬ ਡੈਫੀਨੇਸ਼ਨ ਹੈ ਸਸਟੇਨੇਬਲ ਡਿਵੈਲਪਮੈਂਟ ਦੀ, ਠੀਕ ਹੈ, ਕਿ ਅਸੀਂ ਇਹਨਾਂ ਨੂੰ ਕੇਅਰਫੁਲੀ ਬਹੁਤ ਧਿਆਨ ਨਾਲ ਯੂਜ਼ ਕਰੀਏ ਅਤੇ ਸਾਡੀਆਂ ਜਿਹੜੀਆਂ ਅੱਜ ਦੀਆਂ ਲੋੜਾਂ ਵੀ ਪੂਰੀਆਂ ਹੋ ਸਕਣ ਅਤੇ ਨਾਲ ਨਾਲ ਸਾਡੇ ਫਿਊਚਰ ਦੇ ਲਈ ਵੀ, ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਵੀ ਅਸੀਂ ਕੁਛ ਨਾ ਕੁਛ ਬਚਾ ਕੇ ਰੱਖ ਸਕੀਏ, ਠੀਕ ਹੈ। ਤਾਂ ਇਹ ਕੀ ਸੀ ਸਾਡੇ ਰਿਸੋਰਸਿਸ, ਉਹਨਾਂ ਦੀ ਸਾਂਭ ਸੰਭਾਲ, ਠੀਕ ਹੈ। ਤਾਂ ਅੱਗੇ ਅਸੀਂ ਇਸਦਾ ਕੰਕਲੂਜਨ ਕੱਢਦੇ ਹਾਂ। ਦ ਫਿਊਚਰ ਆਫ ਆਰ ਪਲੈਨਟ and its people is linked with our ability to maintain and preserve the life support system that nature provides. Therefore it is our duty to ensure that, means ਜੋ ਕੁਛ ਸਾਨੂੰ ਨੇਚਰ ਨੇ ਦਿੱਤਾ ਹੈ, ਠੀਕ ਹੈ, ਉਸ ਨੂੰ ਅਸੀਂ ਸੰਭਾਲ ਕੇ ਰੱਖੀਏ, ਉਸ ਨੂੰ ਇਸ ਤਰ੍ਹਾਂ ਨਾਲ ਮੇਨਟੇਨ ਕਰੀਏ। ਸਾਡੀ ਜਿਹੜੀ ਐਬਿਲਿਟੀ ਹੈ ਇੰਨੀ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਸਾਰੇ ਜਿਹੜਾ ਸਾਡਾ ਪੂਰਾ ਪਲੇਨਟ ਹੈ, ਇਸ ਦੇ ਜਿਹੜੇ ਲੋਕ ਨੇ, ਪੂਰੀ ਧਰਤੀ ਦੇ ਲੋਕ ਇੱਕ ਦੂਸਰੇ ਨਾਲ ਲਿੰਕਡ ਨੇ, ਠੀਕ ਹੈ। ਅਸੀਂ ਨੇਚਰ ਦੇ ਨਾਲ ਵੀ ਲਿੰਕਡ ਹਾਂ ਕਿਉਂਕਿ ਅਸੀਂ ਨੇਚਰ ਦੀ ਹਰ ਚੀਜ਼ ਨੂੰ ਯੂਜ਼ ਕਰ ਰਹੇ ਹਾਂ, ਠੀਕ ਹੈ। ਤਾਂ ਇਹ ਸਾਡੀ ਡਿਊਟੀ ਹੈ ਕਿ ਅਸੀਂ ਇਸ ਚੀਜ਼ ਨੂੰ ਯਕੀਨੀ ਬਣਾਈਏ ਕਿ ਅਸੀਂ ਆਪ ਵੀ ਇਸ ਨੂੰ ਪ੍ਰਯੋਗ ਕਰ ਸਕੀਏ ਅਤੇ ਆਉਣ ਵਾਲੇ ਲੋਕਾਂ ਲਈ ਵੀ ਬਚਾ ਸਕੀਏ, ਠੀਕ ਹੈ। ਤਾਂ ਅਸੀਂ ਕੀ ਕਰ ਸਕਦੇ ਹਾਂ, ਆਲ ਯੂਜ਼ਸ ਆਫ ਰੀਨਿਊਏਬਲ ਸੋਰਸਿਸ ਆਰ ਸਸਟੇਨੇਬਲ, the diversity of life on the earth is conserved, the damage to natural environment system is minimized, ਠੀਕ ਹੈ। ਅਸੀਂ ਕੀ ਕਰ ਰਹੇ ਹਾਂ ਰਾਜੇ, ਬਹੁਤ ਵੱਡੀ ਮਾਤਰਾ ਦੇ ਵਿੱਚ ਰਿਸੋਰਸਿਸ ਨੂੰ ਯੂਜ਼ ਕਰ ਰਹੇ ਹਾਂ, ਜਿਵੇਂ ਪੈਟਰੋਲੀਅਮ ਕੋਲ ਵਗੈਰਾ ਯੂਜ਼ ਕਰਦੇ ਹਾਂ, ਇੰਡਸਟਰੀ ਚਲਾਉਣੇ ਆ, ਇੰਨਾ ਜ਼ਿਆਦਾ ਸਮੋਕ ਉਹਨਾਂ ਤੋਂ ਹੋ ਰਿਹਾ ਤਾਂ ਅਸੀਂ ਸਾਰਾ ਇਨਵਾਇਰਮੈਂਟ ਵੀ ਜਿਹੜਾ ਪੋਲਿਊਟ ਕਰ ਰਹੇ ਹਾਂ, ਹੈ ਨਾ, ਬਹੁਤ ਜ਼ਿਆਦਾ ਪ੍ਰਦੂਸ਼ਣ ਇਨਵਾਇਰਮੈਂਟ ਦੇ ਵਿੱਚ ਫੈਲ ਰਿਹਾ ਹੈ। ਲੇਕਿਨ ਜੋ ਸਾਡੇ ਕੋਲ ਟੈਕਨੋਲੋਜੀ ਆਈ ਹੈ, ਇਹ ਸਾਡੀ ਡਿਊਟੀ ਹੈ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਤਾਲਮੇਲ ਬਣਾ ਕੇ ਰੱਖੀਏ, ਇਹਨਾਂ ਚੀਜ਼ਾਂ ਦਾ ਖਿਆਲ ਰੱਖੀਏ ਕਿ ਜੇ ਅਸੀਂ ਕੋਈ ਵੀ ਕੰਮ ਬਿਨਾਂ ਇਨਵਾਇਰਮੈਂਟ ਨੂੰ ਪੋਲਿਊਟ ਕੀਤਿਆਂ ਕਰ ਸਕਦੇ ਹਾਂ ਤਾਂ ਅਸੀਂ ਜ਼ਰੂਰ ਕਰੀਏ। ਉੱਦਾਂ ਦੀ ਟੈਕਨੋਲੋਜੀ ਲੈ ਕੇ ਆਈਏ ਕਿ ਸਾਡੇ ਕੋਈ ਵੀ ਨੇਚਰ ਦੀ ਜਿਹੜੀ ਚੀਜ਼ ਹੈ ਉਸ ਨੂੰ ਅਸੀਂ ਡਿਸਟਰੋਏ ਨਾ ਕਰੀਏ, ਠੀਕ ਹੈ। ਤਾਂ ਇਹੀ ਸਾਡਾ ਲੈਸਨ ਸੀ ਬੱਚੇ। ਅਸੀਂ ਸਭ ਨੇ ਵੀ ਮਿਲ ਕੇ ਯਤਨ ਕਰਨਾ ਹੈ ਕਿ ਅਸੀਂ ਨੇਚਰ ਨੂੰ ਬਚਾਉਣਾ ਹੈ। ਕਿਸ ਤਰ੍ਹਾਂ ਬਚਾ ਸਕਦੇ ਹਾਂ, ਇੱਕ ਕੰਮ ਅਸੀਂ ਕਰ ਸਕਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਟਰੀਜ਼ ਲਗਾਈਏ, ਠੀਕ ਹੈ। ਤਾਂ ਇਹੀ ਸਾਡਾ ਸਭ ਤੋਂ ਵੱਡਾ ਜਿਹੜਾ ਹੈਗਾ ਮੋਟਿਵ ਹੈ ਇਸ ਲੈਸਨ ਦਾ। ਓਕੇ ਬੇਟਾ, ਥੈਂਕ ਯੂ, ਹੈਵ ਅ ਨਾਈਸ ਡੇ।